ਮੇਰਾ ਨਾਂ ਰਾਜਦੀਪ ਹੈ। ਮੇਰਾ ਵਿਆਹ ਮੇਰੇ ਮਾਂ-ਬਾਪ ਦੀ ਮਰਜ਼ੀ ਨਾਲ ਹੋਇਆ ਸੀ, ਪਰ ਮੇਰੀ ਪਤਨੀ ਬਹੁਤ ਹੀ ਚੰਗੀ ਅਤੇ ਖੂਬਸੂਰਤ ਸੀ ਅਤੇ ਮੈਂ ਉਸ ਨਾਲ ਵਿਆਹ ਕਰਕੇ ਬਹੁਤ ਹੀ ਖੁਸ਼ ਸੀ, ਕਿਉਂਕਿ ਮੇਰਾ ਕਿਸੇ ਨਾਲ ਵੀ ਕੋਈ ਦਿਲ ਦਾ ਸੰਬੰਧ ਨਹੀਂ ਸੀ। ਇਸ ਲਈ ਮੈਨੂੰ ਇਸ ਵਿਆਹ ਤੋਂ ਕੋਈ ਐਤਰਾਜ਼ ਨਹੀਂ ਸੀ ਅਤੇ ਨਾ ਹੀ ਮੇਰੀ ਪਤਨੀ ਨੂੰ ਕੋਈ ਐਤਰਾਜ਼ ਸੀ। ਅਸੀਂ ਦੋਵੇਂ ਇਸ ਵਿਆਹ ਤੋਂ ਬਹੁਤ ਖੁਸ਼ ਸੀ ਅਤੇ ਸਾਡੀ ਜ਼ਿੰਦਗੀ ਬਹੁਤ ਵਧੀਆ ਅਤੇ ਆਸਾਨ ਹੋ ਗਈ ਸੀ। ਮੇਰੀ ਪਤਨੀ ਦੀ ਕੋਈ ਭੈਣ ਨਹੀਂ ਸੀ, ਬਸ ਇੱਕ ਸਹੇਲੀ ਸੀ ਜੋ ਉਸਦੀ ਭੈਣ ਬਣੀ ਹੋਈ ਸੀ। ਇਹ ਸਭ ਕੁਝ ਮੇਰੀ ਪਤਨੀ ਨੇ ਮੈਨੂੰ ਪਹਿਲੀ ਰਾਤ ਨੂੰ ਹੀ ਦੱਸ ਦਿੱਤਾ ਸੀ ਅਤੇ ਇਹ ਵੀ ਦੱਸਿਆ ਸੀ ਕਿ ਉਹ ਹਰ ਰੋਜ਼ ਉਸ ਨੂੰ ਮਿਲਣ ਜਾਇਆ ਕਰੇਗੀ ਅਤੇ ਤੁਸੀਂ ਕੋਈ ਐਤਰਾਜ਼ ਨਹੀਂ ਕਰੋਗੇ। ਮੈਂ ਆਪਣੀ ਪਤਨੀ ਦੀ ਗੱਲ ਸੁਣ ਕੇ ਹਾਂ ਕਰ ਦਿੱਤੀ, ਕਿਉਂਕਿ ਮੈਨੂੰ ਕੋਈ ਐਤਰਾਜ਼ ਨਹੀਂ ਸੀ। ਵਿਆਹ ਤੋਂ ਬਾਅਦ ਪਹਿਲੀ ਵਾਰ ਮੈਂ ਉਸਦੀ ਸਹੇਲੀ ਦੇ ਘਰ ਗਿਆ ਤਾਂ ਉਹਨਾਂ ਨੇ ਮੇਰੀ ਬਹੁਤ ਖਾਤਰਦਾਰੀ ਕੀਤੀ ਅਤੇ ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਮੇਰੀ ਪਤਨੀ ਦੀ ਸਹੇਲੀ ਦੇ ਪਤੀ ਨੇ ਮੇਰੇ ਹੱਥ ਵਿੱਚ ਇੱਕ ਲਿਫਾਫਾ ਫੜਾ ਦਿੱਤਾ, ਜੋ ਮੈਂ ਚੁੱਪਚਾਪ ਆਪਣੀ ਜੇਬ ਵਿੱਚ ਪਾ ਲਿਆ। ਜਦੋਂ ਮੈਂ ਆਪਣੇ ਘਰ ਆ ਕੇ ਦੇਖਿਆ ਤਾਂ ਉਸ ਵਿੱਚ ਬਹੁਤ ਸਾਰੇ ਪੈਸੇ ਸਨ। ਮੇਰੀ ਪਤਨੀ ਦੀ ਸਹੇਲੀ ਬਹੁਤ ਅਮੀਰ ਸੀ, ਉਹਨਾਂ ਦਾ ਘਰ ਵੀ ਬਹੁਤ ਵੱਡਾ ਸੀ। ਮੈਨੂੰ ਲੱਗਿਆ ਸ਼ਾਇਦ ਉਹਨਾਂ ਦੇ ਖਾਨਦਾਨ ਦਾ ਇਹ ਰਿਵਾਜ ਹੋਵੇਗਾ। ਇਸ ਦੇ ਬਾਰੇ ਵਿੱਚ ਮੈਂ ਜ਼ਿਆਦਾ ਨਹੀਂ ਸੋਚਿਆ। 3 ਦਿਨ ਬਾਅਦ ਫਿਰ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਅੱਜ ਫਿਰ ਮੈਂ ਆਪਣੀ ਸਹੇਲੀ ਦੇ ਘਰ ਜਾਣਾ ਹੈ। ਮੈਨੂੰ ਕੋਈ ਐਤਰਾਜ਼ ਨਹੀਂ ਸੀ, ਇਸ ਲਈ ਮੈਂ ਦੁਬਾਰਾ ਉਸਨੂੰ ਉਸਦੀ ਸਹੇਲੀ ਦੇ ਘਰ ਲੈ ਗਿਆ। ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਇਸ ਵਾਰ ਫਿਰ ਮੇਰੀ ਪਤਨੀ ਦੀ ਸਹੇਲੀ ਦੇ ਪਤੀ ਨੇ ਮੇਰੇ ਹੱਥ ਵਿੱਚ ਲਿਫਾਫਾ ਫੜਾ ਦਿੱਤਾ। ਮੈਂ ਘਰ ਆ ਕੇ ਦੇਖਿਆ, ਇਸ ਵਿੱਚ ਫਿਰ ਪਹਿਲਾਂ ਦੀ ਤਰ੍ਹਾਂ ਬਹੁਤ ਸਾਰੇ ਪੈਸੇ ਸਨ। ਮੈਨੂੰ ਬੜੀ ਹੈਰਾਨੀ ਹੋਈ ਕਿ ਇੰਨੇ ਪੈਸੇ ਉਹ ਲੋਕ ਮੈਨੂੰ ਆਖਰ ਕਿਉਂ ਦਿੰਦੇ ਹਨ। ਮੈਂ ਆਪਣੀ ਪਤਨੀ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ, ਹੁਣ ਤੁਸੀਂ ਜਦੋਂ ਜਾਓਗੇ ਤਾਂ ਆਪ ਹੀ ਉਹਨਾਂ ਨੂੰ ਪੁੱਛ ਲੈਣਾ। ਪਰ ਮੈਨੂੰ ਕੀ ਜ਼ਰੂਰਤ ਸੀ ਪੁੱਛਣ ਦੀ, ਮੈਨੂੰ ਤਾਂ ਮੁਫਤ ਵਿੱਚ ਪੈਸੇ ਮਿਲ ਰਹੇ ਸਨ ਅਤੇ ਸ਼ਾਇਦ ਇਹੀ ਮੇਰੀ ਸਭ ਤੋਂ ਵੱਡੀ ਗਲਤੀ ਸੀ। ਕੁਝ ਦਿਨਾਂ ਬਾਅਦ ਜਦੋਂ ਅਸੀਂ ਦੁਬਾਰਾ ਮੇਰੀ ਪਤਨੀ ਦੀ ਸਹੇਲੀ ਦੇ ਘਰ ਗਏ ਤਾਂ ਵਾਪਸੀ 'ਤੇ ਉਹਨਾਂ ਨੇ ਫਿਰ ਮੈਨੂੰ ਪੈਸਿਆਂ ਦਾ ਲਿਫਾਫਾ ਫੜਾ ਦਿੱਤਾ। ਉਸ ਵਿੱਚ ਬਹੁਤ ਸਾਰੇ ਪੈਸੇ ਸਨ ਅਤੇ ਫਿਰ ਇਹ ਸਿਲਸਿਲਾ ਚੱਲਦਾ ਰਿਹਾ। ਮੈਂ ਜਦੋਂ ਵੀ ਜਾਂਦਾ ਤਾਂ ਵਾਪਸੀ 'ਤੇ ਮੈਨੂੰ ਪੈਸਿਆਂ ਦਾ ਲਿਫਾਫਾ ਫੜਾ ਦਿੱਤਾ ਜਾਂਦਾ। ਮੈਂ ਭਾਵੇਂ ਹਫ਼ਤਿਆਂ ਬਾਅਦ ਜਾਣਾ ਜਾਂ ਦੂਜੇ ਦਿਨ, ਮੈਨੂੰ ਪੈਸੇ ਜ਼ਰੂਰ ਦਿੱਤੇ ਜਾਂਦੇ ਸਨ। ਮੈਨੂੰ ਬੜੀ ਹੈਰਾਨੀ ਵੀ ਹੁੰਦੀ, ਅੱਜ ਤੱਕ ਮੈਂ ਅਜਿਹਾ ਕਦੇ ਵੀ ਨਹੀਂ ਦੇਖਿਆ ਸੀ। ਪਤਾ ਨਹੀਂ ਉਹ ਮੈਨੂੰ ਪੈਸੇ ਕਿਉਂ ਦਿੰਦੇ ਸਨ, ਪਰ ਮੈਂ ਪੁੱਛਦਾ ਵੀ ਨਹੀਂ ਸੀ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਕਿਤੇ ਇਹ ਲੋਕ ਮੈਨੂੰ ਪੈਸੇ ਦੇਣਾ ਬੰਦ ਨਾ ਕਰ ਦੇਣ ਅਤੇ ਮੁਫ਼ਤ ਦੇ ਪੈਸੇ ਕਿਸ ਨੂੰ ਬੁਰੇ ਲੱਗਦੇ ਹਨ। ਸਮਾਂ ਲੰਘਦਾ ਗਿਆ ਅਤੇ ਹੁਣ ਮੈਂ ਆਪਣੀ ਪਤਨੀ ਨੂੰ ਉਸਦੇ ਬਿਨਾਂ ਕਹੇ ਹੀ ਉਸਦੀ ਸਹੇਲੀ ਦੇ ਘਰ ਲੈ ਜਾਣ ਲੱਗਿਆ, ਕਿਉਂਕਿ ਮੈਨੂੰ ਪਤਾ ਸੀ ਕਿ ਉੱਥੇ ਜਾਣ ਵਿੱਚ ਮੇਰਾ ਹੀ ਫਾਇਦਾ ਹੈ। ਪਰ ਇੱਕ ਗੱਲ ਜੋ ਮੈਨੂੰ ਕਦੇ-ਕਦੇ ਹੈਰਾਨ ਕਰਦੀ ਹੈ ਕਿ ਜਦੋਂ ਵੀ ਮੇਰੀ ਪਤਨੀ ਆਪਣੀ ਸਹੇਲੀ ਦੇ ਘਰ ਜਾਂਦੀ ਹੈ ਤਾਂ ਉਹ ਜਿੱਦ ਕਰਕੇ 1 ਦਿਨ ਇੱਥੇ ਅਤੇ 2 ਦਿਨ ਉੱਥੇ ਜ਼ਰੂਰ ਰਹਿੰਦੀ ਹੈ ਅਤੇ ਫਿਰ ਲੈਣ ਜਾਂਦਾ ਹਾਂ ਤਾਂ ਮੇਰੇ ਹੱਥ ਵਿੱਚ ਪੈਸੇ ਫੜਾ ਦਿੱਤੇ ਜਾਂਦੇ ਹਨ ਅਤੇ ਮੇਰੀ ਪਤਨੀ ਨੂੰ ਮੇਰੇ ਨਾਲ ਭੇਜ ਦਿੱਤਾ ਜਾਂਦਾ ਹੈ। ਪਰ ਮੈਨੂੰ ਉਸਦੇ ਰਹਿਣ ਵਿੱਚ ਕੋਈ ਦਿੱਕਤ ਨਹੀਂ ਸੀ, ਕਿਉਂਕਿ ਉਹ ਤਾਂ ਮੇਰੀ ਪਤਨੀ ਦੀ ਭੈਣ ਬਣੀ ਹੋਈ ਸੀ ਅਤੇ ਉਹਨਾਂ ਦੋਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਮੇਰੀ ਮੰਮੀ ਕਦੇ-ਕਦੇ ਮੈਨੂੰ ਕਹਿੰਦੀ ਵੀ ਸੀ ਕਿ ਮੈਂ ਆਪਣੀ ਪਤਨੀ ਨੂੰ ਇੰਨਾ ਜ਼ਿਆਦਾ ਉਸਦੀ ਸਹੇਲੀ ਦੇ ਘਰ ਲੈ ਕੇ ਕਿਉਂ ਜਾਂਦਾ ਹਾਂ। ਕੁੜੀਆਂ ਨੂੰ ਇੰਨੀ ਆਜ਼ਾਦੀ ਨਹੀਂ ਦੇਣੀ ਚਾਹੀਦੀ, ਉਹਨਾਂ ਨੂੰ ਆਪਣਾ ਘਰ ਸੰਭਾਲਣਾ ਚਾਹੀਦਾ ਹੈ। ਪਰ ਮੈਂ ਫਿਰ ਵੀ ਆਪਣੀ ਪਤਨੀ ਨੂੰ ਮਨਾ ਨਹੀਂ ਕਰਦਾ। ਉਹ ਜਦੋਂ ਵੀ ਜਾਣ ਲਈ ਕਹਿੰਦੀ, ਮੈਂ ਉਸਨੂੰ ਲੈ ਕੇ ਜਾਣ ਲਈ ਤਿਆਰ ਹੋ ਜਾਂਦਾ। ਕਦੇ-ਕਦੇ ਤਾਂ ਉਸਦੇ ਬਿਨਾਂ ਕਹੇ ਵੀ ਮੈਂ ਉਸਨੂੰ ਲੈ ਜਾਂਦਾ, ਕਿਉਂਕਿ ਮੈਨੂੰ ਉੱਥੋਂ ਪੈਸੇ ਮਿਲਦੇ ਸਨ। ਪਰ ਇਸ ਦੇ ਨਾਲ ਹੀ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਵੀ ਹੁੰਦੀ ਸੀ ਕਿ ਉਸਦੀ ਸਹੇਲੀ ਦਾ ਪਤੀ ਮੈਨੂੰ ਇੰਨੇ ਪੈਸੇ ਕਿਉਂ ਦਿੰਦਾ ਹੈ। ਉਹ ਅਮੀਰ ਲੋਕ ਸਨ, ਖਾਂਦੇ-ਪੀਂਦੇ ਘਰ ਨਾਲ ਸੰਬੰਧ ਰੱਖਦੇ ਸਨ, ਪਰ ਫਿਰ ਵੀ ਕੋਈ ਇੰਨੇ ਜ਼ਿਆਦਾ ਪੈਸੇ ਕਿਉਂ ਦੇਵੇਗਾ। ਜੇਕਰ ਉਹਨਾਂ ਨੇ ਪੈਸੇ ਦੇਣੇ ਹੁੰਦੇ ਹਨ ਤਾਂ ਮੇਰੀ ਪਤਨੀ ਨੂੰ ਦੇਣ, ਪਰ ਉਹ ਤਾਂ ਮੈਨੂੰ ਦਿੰਦੇ ਸਨ। ਮੈਨੂੰ ਅਤੇ ਮੇਰੀ ਪਤਨੀ ਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਮੇਰੇ ਕੋਲ ਕਿੰਨੇ ਪੈਸੇ ਆਏ ਹਨ ਜਾਂ ਉਸਦੀ ਸਹੇਲੀ ਦੇ ਪਤੀ ਨੇ ਮੈਨੂੰ ਕਿੰਨੇ ਪੈਸੇ ਦਿੱਤੇ ਹਨ। ਇਹ ਗੱਲ ਮੈਨੂੰ ਸੋਚਣ 'ਤੇ ਮਜਬੂਰ ਕਰ ਦਿੰਦੀ ਸੀ ਅਤੇ ਮੈਂ ਜਾਣ-ਬੁੱਝ ਕੇ ਉਹਨਾਂ ਲੋਕਾਂ ਦੇ ਘਰ ਜਾਣ ਲੱਗਿਆ ਕਿ ਦੇਖਦਾ ਹਾਂ ਕਿ ਕਦੋਂ ਤੱਕ ਉਹ ਮੈਨੂੰ ਪੈਸੇ ਦੇਣਗੇ। ਪਰ ਕਦੇ-ਕਦੇ ਤਾਂ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਕਿ ਜੇਕਰ ਮੈਂ ਹਰ ਰੋਜ਼ ਵੀ ਆਪਣੀ ਪਤਨੀ ਨੂੰ ਲੈ ਕੇ ਜਾਂਦਾ ਤਾਂ ਹਰ ਵਾਰ ਮੈਨੂੰ ਪੈਸਿਆਂ ਦਾ ਲਿਫਾਫਾ ਦਿੱਤਾ ਜਾਂਦਾ। ਦਿਨ-ਬ-ਦਿਨ ਮੇਰੇ ਪੈਸੇ ਵੱਧਦੇ ਜਾ ਰਹੇ ਸਨ। ਮੇਰੇ ਵਿਆਹ ਨੂੰ 6-7 ਮਹੀਨੇ ਹੋ ਚੁੱਕੇ ਸਨ ਅਤੇ ਇਸ ਵੇਲੇ ਉਹਨਾਂ ਨੇ ਮੈਨੂੰ ਇੰਨੇ ਪੈਸੇ ਦੇ ਦਿੱਤੇ ਸਨ ਕਿ ਮੈਂ ਪੁਰਾਣੀ ਗੱਡੀ ਵੇਚ ਕੇ
ਨਵੀਂ ਗੱਡੀ ਖਰੀਦ ਲਈ। ਪਰ ਇਸ ਦੇ ਨਾਲ ਇੱਕ ਗੱਲ ਹੋਰ ਵੀ ਸੀ ਕਿ ਮੈਂ ਆਪਣੀ ਪਤਨੀ ਤੋਂ ਹੁਣ ਡਰਨ ਲੱਗਾ ਸੀ ਕਿ ਜੇਕਰ ਉਹ ਕਿਸੇ ਗੱਲ 'ਤੇ ਗੁੱਸਾ ਹੋ ਗਈ ਜਾਂ ਨਾਰਾਜ਼ ਹੋ ਗਈ, ਉਹ ਆਪਣੇ ਘਰ ਵਾਪਸ ਚਲੀ ਗਈ ਤਾਂ ਕਿਤੇ ਉਸਦੀ ਸਹੇਲੀ ਦਾ ਪਤੀ ਸਾਰੇ ਪੈਸੇ ਮੇਰੇ ਤੋਂ ਵਾਪਸ ਨਾ ਮੰਗ ਲਵੇ। ਫਿਰ ਕਦੇ-ਕਦੇ ਖਿਆਲ ਆਉਂਦਾ ਕਿ ਉਹਨਾਂ ਕੋਲ ਹਿਸਾਬ ਹੋਵੇਗਾ ਕਿ ਉਹਨਾਂ ਨੇ ਮੈਨੂੰ ਕਿੰਨੇ ਪੈਸੇ ਦਿੱਤੇ ਹਨ, ਜਾਂ ਫਿਰ ਇਸ ਦਾ ਕੀ ਸਬੂਤ ਹੈ ਕਿ ਉਹ ਲੋਕ ਮੈਨੂੰ ਪੈਸੇ ਦਿੰਦੇ ਰਹੇ ਹਨ। ਮੈਂ ਇਹ ਸੋਚ ਕੇ ਕੁਝ ਸਮਾਂ ਪਤਨੀ ਦੇ ਨਾਲ ਸਖਤ ਵਿਵਹਾਰ ਕਰਨ ਬਾਰੇ ਸੋਚਿਆ ਕਿ ਦੇਖਦਾ ਹਾਂ ਕਿ ਹੁਣ ਵੀ ਉਹ ਮੈਨੂੰ ਪੈਸੇ ਦਿੰਦੇ ਹਨ ਜਾਂ ਨਹੀਂ। ਮੈਂ ਘਰ ਵਿੱਚ ਆਪਣੀ ਪਤਨੀ ਨਾਲ ਸਖਤ ਵਰਤਾਓ ਕਰਨ ਲੱਗ ਪਿਆ। ਮੈਂ ਉਸਨੂੰ ਤੰਗ ਕਰਨ ਲੱਗ ਗਿਆ। ਕਦੇ ਉਸਨੂੰ ਕਹਿੰਦਾ ਕਿ ਤੂੰ ਕੱਪੜੇ ਚੰਗੀ ਤਰ੍ਹਾਂ ਨਹੀਂ ਧੋਏ, ਕਦੇ ਕੁਝ ਕਦੇ ਕੁਝ। ਪਰ ਇਸ ਸਭ ਦੇ ਬਾਵਜੂਦ ਵੀ ਸਹੇਲੀ ਦੇ ਘਰ ਤੋਂ ਲਿਫਾਫੇ ਮਿਲਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਮੇਰਾ ਸ਼ੱਕ ਵੱਧਦਾ ਚਲਾ ਗਿਆ ਕਿ ਆਖਰ ਇਹ ਕੀ ਮਾਮਲਾ ਹੈ ਅਤੇ ਇਹ ਸਭ ਕੁਝ ਕੀ ਚੱਲ ਰਿਹਾ ਹੈ। ਮੈਂ ਆਪਣੇ ਇੱਕ ਦੋਸਤ ਨਾਲ ਸਾਰੀ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਤੂੰ ਤਾਂ ਬਿਨਾਂ ਵਜ੍ਹਾ ਪਰੇਸ਼ਾਨ ਹੋ ਰਿਹਾ ਹੈ। ਅਜਿਹੀ ਘਰਵਾਲੀ ਤਾਂ ਕਿਸਮਤ ਵਾਲਿਆਂ ਨੂੰ ਮਿਲਦੀ ਹੈ। ਤੂੰ ਬਸ ਆਪਣੀ ਪਤਨੀ ਨੂੰ ਜਲਦੀ ਉਸਦੀ ਮੂੰਹ ਬੋਲੀ ਭੈਣ ਦੇ ਘਰ ਲੈ ਜਾਇਆ ਕਰ ਅਤੇ ਇਸ ਤਰ੍ਹਾਂ ਤੈਨੂੰ ਕੋਈ ਕੰਮ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਜਦੋਂ ਪੈਸਿਆਂ ਦੀ ਲੋੜ ਹੋਵੇ ਤਾਂ ਆਪਣੀ ਪਤਨੀ ਨੂੰ ਸਹੇਲੀ ਦੇ ਘਰ ਦਾ ਚੱਕਰ ਲਗਵਾ ਲਿਆ ਕਰ। ਉਸਨੇ ਤਾਂ ਗੱਲ ਨੂੰ ਮਜ਼ਾਕ ਵਿੱਚ ਟਾਲ ਦਿੱਤਾ ਸੀ ਅਤੇ ਮੈਂ ਵੀ ਸੋਚਣ ਲੱਗਿਆ ਕਿ ਮੈਨੂੰ ਤਾਂ ਵਾਕਈ ਹੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਕਿਉਂਕਿ ਮੈਂ ਤਾਂ ਪੈਸੇ ਨਹੀਂ ਮੰਗੇ ਸਨ ਅਤੇ ਉਹ ਹਮੇਸ਼ਾ ਆਪ ਹੀ ਪੈਸੇ ਦਿੰਦੇ ਸਨ। ਹੁਣ ਤਾਂ ਕਦੇ-ਕਦੇ ਇਹ ਲਿਫਾਫਾ ਲੈਂਦੇ ਹੋਏ ਮੈਨੂੰ ਸ਼ਰਮ ਆਉਣ ਲੱਗੀ ਸੀ। ਮੈਂ ਤਾਂ ਮਨਾ ਵੀ ਕਰ ਦਿੰਦਾ ਸੀ, ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਬਰਦਸਤੀ ਮੈਨੂੰ ਫੜਾ ਦਿੰਦੇ ਅਤੇ ਇਹ ਗੱਲ ਮੈਨੂੰ ਹੈਰਾਨ ਜ਼ਰੂਰ ਕਰਦੀ ਸੀ, ਪਰ ਪਰੇਸ਼ਾਨ ਨਹੀਂ, ਕਿਉਂਕਿ ਜਦੋਂ ਪੈਸੇ ਕਿਸੇ ਹੋਰ ਦੀ ਜੇਬ ਤੋਂ ਨਿਕਲ ਰਹੇ ਹੋਣ ਤਾਂ ਇਨਸਾਨ ਨੂੰ ਪਰੇਸ਼ਾਨੀ ਨਹੀਂ ਹੁੰਦੀ। ਪਰੇਸ਼ਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਪੈਸੇ ਆਪਣੀ ਜੇਬ ਵਿੱਚੋਂ ਨਿਕਲਦੇ ਹਨ। ਇੱਕ ਵਾਰ ਕੁਝ ਦਿਨਾਂ ਲਈ ਕੰਮ ਦੇ ਸਿਲਸਿਲੇ ਵਿੱਚ ਮੈਂ ਸ਼ਹਿਰ ਤੋਂ ਬਾਹਰ ਗਿਆ ਤਾਂ ਮੇਰੀ ਪਤਨੀ ਨੇ ਕਿਹਾ ਕਿ ਉਹ ਆਪਣੀ ਸਹੇਲੀ ਦੇ ਘਰ ਜਾਣਾ ਚਾਹੁੰਦੀ ਹੈ। ਮੈਂ ਉਸਨੂੰ ਉਸਦੀ ਸਹੇਲੀ ਦੇ ਘਰ ਛੱਡ ਆਇਆ ਅਤੇ ਆਪਣੇ ਕੰਮ 'ਤੇ ਚਲਾ ਗਿਆ। ਜਦੋਂ ਮੈਂ ਵਾਪਸ ਆਇਆ ਤਾਂ ਆਪਣੀ ਪਤਨੀ ਨੂੰ ਲੈਣ ਗਿਆ ਅਤੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਮੇਰੇ ਹੱਥ ਵਿੱਚ ਲਿਫਾਫਾ ਫੜਾ ਦਿੱਤਾ, ਜੋ ਮੈਂ ਚੁੱਪ ਕਰਕੇ ਲੈ ਲਿਆ। ਵਾਪਸ ਆ ਕੇ ਮੈਂ ਲਿਫਾਫਾ ਖੋਲ੍ਹਿਆ। ਮੈਂ ਉਹਨਾਂ ਦੇ ਸਾਹਮਣੇ ਲਿਫਾਫਾ ਨਹੀਂ ਖੋਲ੍ਹਦਾ ਸੀ। ਮੈਨੂੰ ਪਤਾ ਹੁੰਦਾ ਸੀ ਕਿ ਇਸ ਵਿੱਚ ਸਿਰਫ ਪੈਸੇ ਹੋਣਗੇ ਅਤੇ ਉਹ ਮੈਂ ਆਪਣੀ ਅਲਮਾਰੀ ਵਿੱਚ ਰੱਖ ਦਿੰਦਾ ਸੀ। ਪਰ ਇਸ ਵਾਰ ਲਿਫਾਫਾ ਕੁਝ ਬਦਲਿਆ ਹੋਇਆ ਸੀ, ਮਤਲਬ ਕੁਝ ਭਾਰੀ ਲੱਗ ਰਿਹਾ ਸੀ। ਇਸ ਲਈ ਮੈਂ ਘਰ ਆ ਕੇ ਲਿਫਾਫਾ ਖੋਲ੍ਹਿਆ ਤਾਂ ਉਸ ਵਿੱਚ ਹਮੇਸ਼ਾ ਦੀ ਤਰ੍ਹਾਂ ਪੈਸੇ ਸਨ, ਪਰ ਪੈਸਿਆਂ ਦੇ ਨਾਲ-ਨਾਲ ਇਸ ਵਾਰ ਉਸ ਵਿੱਚ ਇੱਕ ਕਾਗਜ਼ ਅਤੇ ਇੱਕ ਭਾਰੀ ਅੰਗੂਠੀ ਸੀ। ਮੈਂ ਉਹ ਖੋਲ੍ਹਿਆ ਤਾਂ ਮੇਰੀ ਪਤਨੀ ਦੇ ਸਹੇਲੀ ਦੇ ਪਤੀ ਦੀ ਚਿੱਠੀ ਸੀ। ਮੈਨੂੰ ਬਹੁਤ ਹੈਰਾਨੀ ਹੋਈ। ਉਹ ਮੇਰੇ ਸਾਹਮਣੇ ਵੀ ਤਾਂ ਗੱਲ ਕਰ ਸਕਦਾ ਸੀ। ਮੈਂ ਉਹ ਕਾਗਜ਼ ਖੋਲ੍ਹ ਕੇ ਪੜ੍ਹਿਆ ਅਤੇ ਜਿਵੇਂ-ਜਿਵੇਂ ਮੈਂ ਪੜ੍ਹਦਾ ਜਾ ਰਿਹਾ ਸੀ, ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲਦੀ ਜਾ ਰਹੀ ਸੀ। ਉਸ ਚਿੱਠੀ ਨੂੰ ਖ਼ਤਮ ਕਰਨ ਦੇ ਬਾਅਦ ਮੇਰੇ ਵਿੱਚ ਇੰਨੀ ਹਿੰਮਤ ਵੀ ਨਹੀਂ ਸੀ ਕਿ ਮੈਂ ਉੱਠ ਕੇ ਉਹ ਪੈਸੇ ਅਲਮਾਰੀ ਵਿੱਚ ਰੱਖ ਦਿੰਦਾ। ਉਹ ਪੈਸੇ ਮੈਨੂੰ ਬਿੱਛੂ ਦੀ ਤਰ੍ਹਾਂ ਡੰਗ ਰਹੇ ਸਨ। ਮੈਨੂੰ ਗੁੱਸਾ ਆ ਰਿਹਾ ਸੀ, ਪਰ ਮੈਂ ਮਜਬੂਰ ਸੀ। ਮੈਂ ਚੁੱਪਚਾਪ ਉਹ ਪੈਸੇ ਅਲਮਾਰੀ ਵਿੱਚ ਰੱਖ ਦਿੱਤੇ ਅਤੇ ਆਪਣੇ ਚਿਹਰੇ ਤੋਂ ਕੁਝ ਵੀ ਜ਼ਾਹਰ ਨਾ ਹੋਣ ਦਿੱਤਾ ਅਤੇ ਘਰ ਤੋਂ ਬਾਹਰ ਨਿਕਲ ਗਿਆ ਅਤੇ ਬਾਹਰ ਘੁੰਮ ਫਿਰ ਕੇ ਆਪਣਾ ਦਿਮਾਗ ਠੰਡਾ ਕੀਤਾ ਅਤੇ ਫਿਰ ਘਰ ਵਾਪਸ ਆ ਗਿਆ। ਮੈਂ ਕਿਸੇ ਨੂੰ ਕੁਝ ਵੀ ਨਹੀਂ ਦੱਸ ਸਕਦਾ ਸੀ, ਇੱਥੋਂ ਤੱਕ ਕਿ ਆਪਣੀ ਪਤਨੀ ਨਾਲ ਵੀ ਇਹ ਗੱਲ ਨਹੀਂ ਕਰ ਸਕਦਾ ਸੀ। ਇਸ ਲਈ ਮੈਂ ਚੁੱਪ ਹੀ ਰਿਹਾ। ਮੈਂ ਘਰ ਵਿੱਚ ਆਪਣਾ ਵਿਵਹਾਰ ਨਾਰਮਲ ਹੀ ਰੱਖਿਆ। ਜਦੋਂ ਬਹੁਤ ਜ਼ਿਆਦਾ ਦਿਮਾਗ ਖਰਾਬ ਹੋਣ ਲੱਗਦਾ ਤਾਂ ਮੈਂ ਬਾਹਰ ਨਿਕਲ ਜਾਂਦਾ। ਕੁਝ ਦੇਰ ਬਾਅਦ ਘੁੰਮ ਫਿਰ ਕੇ ਘਰ ਵਾਪਸ ਆ ਜਾਂਦਾ। ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ। ਹੁਣ ਮੈਂ ਆਪਣੀ ਪਤਨੀ ਦੀ ਸਹੇਲੀ ਦੇ ਘਰ ਜਾਣਾ ਘੱਟ ਕਰ ਦਿੱਤਾ ਸੀ। ਮੇਰੀ ਪਤਨੀ ਜਦੋਂ ਵੀ ਆਪਣੀ ਸਹੇਲੀ ਦੇ ਘਰ ਜਾਂਦੀ ਤਾਂ ਉਸਨੂੰ ਲੈਣ ਮੈਨੂੰ ਹੀ ਜਾਣਾ ਪੈਂਦਾ ਅਤੇ ਫਿਰ ਉਹ ਮੈਨੂੰ ਜ਼ਬਰਦਸਤੀ ਪੈਸੇ ਫੜਾ ਦਿੰਦੇ। ਮੇਰੀ ਪਤਨੀ ਅਕਸਰ ਮੈਨੂੰ ਕਹਿੰਦੀ, ਪਹਿਲਾਂ ਤਾਂ ਤੁਸੀਂ ਬੜੀ ਖੁਸ਼ੀ-ਖੁਸ਼ੀ ਮੈਨੂੰ ਲੈ ਜਾਂਦੇ ਸੀ, ਹੁਣ ਕੀ ਹੋ ਗਿਆ ਹੈ, ਤੁਸੀਂ ਕਿਉਂ ਨਹੀਂ ਜਾਂਦੇ? ਤਾਂ ਮੈਂ ਕਹਿੰਦਾ, ਉਹ ਤਾਂ ਸ਼ੁਰੂ ਦਾ ਟਾਈਮ ਸੀ, ਅਜੀਬ ਨਹੀਂ ਲੱਗਦਾ ਸੀ, ਪਰ ਹੁਣ ਬਹੁਤ ਟਾਈਮ ਹੋ ਗਿਆ ਹੈ। ਇਸ ਤਰ੍ਹਾਂ ਰੋਜ਼-ਰੋਜ਼ ਜਾਣਾ ਚੰਗਾ ਨਹੀਂ ਲੱਗਦਾ। ਪਰ ਮੇਰੀ ਪਤਨੀ ਕਹਿੰਦੀ ਕਿ ਮੈਨੂੰ ਤਾਂ ਆਪਣੀ ਸਹੇਲੀ ਦੇ ਘਰ ਜਾਣਾ ਹੈ ਅਤੇ ਮੈਂ ਉਸਨੂੰ ਰੋਕ ਨਹੀਂ ਸਕਦਾ ਸੀ, ਕਿਉਂਕਿ ਮੇਰੀ ਮਜਬੂਰੀ ਸੀ। ਹਫ਼ਤੇ ਵਿੱਚ ਮੈਨੂੰ 2 ਵਾਰ ਉਸਨੂੰ ਉਸਦੀ ਸਹੇਲੀ ਦੇ ਘਰ ਲੈ ਕੇ ਜਾਣਾ ਹੁੰਦਾ ਸੀ ਅਤੇ ਜੇਕਰ ਨਾ ਭੇਜਦਾ ਤਾਂ ਫਿਰ ਮੇਰੀ 4 ਲੋਕਾਂ ਵਿੱਚ ਜੋ ਇੱਜ਼ਤ ਸੀ, ਉਹ ਮਿੱਟੀ ਵਿੱਚ ਮਿਲ ਜਾਂਦੀ। ਇਸ ਲਈ ਮਜਬੂਰਨ ਮੈਨੂੰ ਆਪਣੀ ਪਤਨੀ ਨੂੰ ਛੱਡਣ ਅਤੇ ਲਿਆਉਣ ਲਈ ਜਾਣਾ ਪੈਂਦਾ ਸੀ। ਹੁਣ ਮੈਨੂੰ ਉੱਥੇ ਜਾਣਾ ਕਿਸੇ ਨਰਕ ਤੋਂ ਘੱਟ ਨਹੀਂ ਲੱਗਦਾ ਸੀ, ਕਿਉਂਕਿ ਹੁਣ ਮੈਂ ਇਹਨਾਂ ਪੈਸਿਆਂ ਦੀ ਹਕੀਕਤ ਜਾਣ ਚੁੱਕਾ ਸੀ ਅਤੇ ਆਪਣੀ ਪਤਨੀ ਦੀ ਹਕੀਕਤ ਵੀ ਜਾਣ ਗਿਆ ਸੀ।
ਕਦੇ-ਕਦੇ ਮੈਨੂੰ ਆਪਣੇ ਉੱਪਰ ਗੁੱਸਾ ਆਉਂਦਾ ਕਿ ਮੈਨੂੰ ਸਾਰੀ ਦੁਨੀਆ ਵਿੱਚ ਇਹੀ ਕੁੜੀ ਕਿਉਂ ਮਿਲੀ ਸੀ। ਮੈਨੂੰ ਕੋਈ ਹੋਰ ਵੀ ਤਾਂ ਮਿਲ ਸਕਦੀ ਸੀ। ਪਰ ਜਦੋਂ ਮੈਨੂੰ ਮਿਲ ਹੀ ਗਈ ਸੀ ਤਾਂ ਮੈਨੂੰ ਉਸਦੇ ਬਾਰੇ ਵਿੱਚ ਕੁਝ ਪਤਾ ਕਰ ਲੈਣਾ ਚਾਹੀਦਾ ਸੀ। ਪਰ ਫਿਰ ਇਹ ਸੋਚਦਾ ਕਿ ਜੇਕਰ ਪਤਾ ਕਰ ਵੀ ਲੈਂਦਾ ਤਾਂ ਸੱਚਾਈ ਕੌਣ ਦੱਸਦਾ। ਮੈਨੂੰ ਆਪਣੀ ਪਤਨੀ 'ਤੇ ਗੁੱਸਾ ਵੀ ਸੀ, ਪਰ ਮੈਂ ਉਸਨੂੰ ਕੁਝ ਨਹੀਂ ਕਹਿ ਸਕਦਾ ਸੀ। ਇਹ ਵੀ ਮੇਰੀ ਮਜਬੂਰੀ ਸੀ। ਮੈਂ ਮਰਦ ਹੋ ਕੇ ਵੀ ਆਪਣੇ ਆਪ ਨੂੰ ਇੰਨਾ ਮਜਬੂਰ ਮਹਿਸੂਸ ਕਰਦਾ ਸੀ ਕਿ ਕਿਸੇ ਕਠਪੁਤਲੀ ਦੀ ਤਰ੍ਹਾਂ ਮੇਰੀ ਪਤਨੀ ਅਤੇ ਉਸਦੀ ਸਹੇਲੀ ਮੈਨੂੰ ਨਚਾ ਰਹੀਆਂ ਸਨ ਅਤੇ ਮੈਨੂੰ ਨੱਚਣਾ ਪੈ ਰਿਹਾ ਸੀ। ਮੈਂ ਕੋਸ਼ਿਸ਼ ਕੀਤੀ ਕਿ ਜ਼ਿਆਦਾ ਸਮਾਂ ਘਰ ਤੋਂ ਬਾਹਰ ਹੀ ਰਹਾਂ ਅਤੇ ਆਪਣੀ ਇਸ ਕੋਸ਼ਿਸ਼ ਵਿੱਚ ਮੈਂ ਕਿਸੇ ਹੱਦ ਤੱਕ ਕਾਮਯਾਬ ਵੀ ਹੋਇਆ। ਪਰ ਫਿਰ ਮੇਰੀ ਪਤਨੀ ਨੂੰ ਮੇਰੇ ਤੋਂ ਨਾਰਾਜ਼ਗੀ ਸ਼ੁਰੂ ਹੋ ਗਈ ਕਿ ਮੈਂ ਉਸਨੂੰ ਸਮਾਂ ਨਹੀਂ ਦਿੰਦਾ ਅਤੇ ਇਸ ਗੱਲ 'ਤੇ ਮੇਰੀ ਮੰਮੀ ਮੇਰੀ ਪਤਨੀ ਦੀ ਹਮਾਇਤ ਕਰਨ ਲੱਗੇ ਕਿ ਵਿਆਹ ਕਰਕੇ ਇਸ ਨੂੰ ਘਰ ਲੈ ਕੇ ਆਇਆ ਹੈ, ਹੁਣ ਉਸਨੂੰ ਇੱਜ਼ਤ ਮਾਣ ਅਤੇ ਪਿਆਰ ਵੀ ਦੇ। ਮੈਂ ਆਪਣੀ ਮੰਮੀ ਨੂੰ ਕੀ ਦੱਸਦਾ ਕਿ ਆਖਿਰ ਕੀ ਗੱਲ ਹੈ। ਉਹਨਾਂ ਦੀ ਗੱਲ ਮੰਨ ਕੇ ਮੈਂ ਵਿਆਹ ਤਾਂ ਕਰ ਲਿਆ ਸੀ, ਪਰ ਇਹ ਵਿਆਹ ਕਰਕੇ ਹੁਣ ਪਛਤਾ ਰਿਹਾ ਸੀ। ਮੇਰੀ ਮੰਮੀ ਦਿਲ ਦੀ ਮਰੀਜ਼ ਸੀ। ਮੈਂ ਉਸਨੂੰ ਕੋਈ ਅਜਿਹੀ ਗੱਲ ਨਹੀਂ ਦੱਸ ਸਕਦਾ ਸੀ। ਮੇਰਾ ਕੋਈ ਭਰਾ ਨਹੀਂ ਸੀ ਅਤੇ ਭੈਣਾਂ ਨੂੰ ਅਜਿਹੀ ਗੱਲ ਦੱਸਣ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ। ਬਾਹਰ ਜੇਕਰ ਕਿਸੇ ਦੋਸਤ ਨੂੰ ਕੁਝ ਦੱਸਦਾ ਤਾਂ ਇਸ ਵਿੱਚ ਮੇਰੀ ਹੀ ਬਦਨਾਮੀ ਸੀ। ਮੈਂ ਚਾਰੇ ਪਾਸੇ ਤੋਂ ਫਸ ਗਿਆ ਸੀ। ਮੇਰਾ ਉਹ ਦੋਸਤ ਜਿਸ ਨਾਲ ਮੈਂ ਪਹਿਲਾਂ ਪੈਸਿਆਂ ਵਾਲੀ ਗੱਲ ਸ਼ੇਅਰ ਕੀਤੀ ਸੀ, ਉਸਨੇ ਇੱਕ ਦੋ ਵਾਰ ਮੈਨੂੰ ਪੁੱਛਿਆ ਵੀ ਸੀ ਕਿ ਹੁਣ ਵੀ ਤੈਨੂੰ ਉੱਥੋਂ ਪੈਸੇ ਮਿਲਦੇ ਹਨ, ਤਾਂ ਮੈਂ ਗੱਲ ਟਾਲਦਿਆਂ ਕਿਹਾ ਕਿ ਨਹੀਂ, ਹੁਣ ਤਾਂ ਨਹੀਂ ਮਿਲਦੇ। ਉਹ ਸ਼ੁਰੂ ਦੇ ਦਿਨ ਸਨ, ਸ਼ਾਇਦ ਇਸ ਲਈ ਉਹ ਮੈਨੂੰ ਪੈਸੇ ਦਿੰਦੇ ਸਨ ਤਾਂ ਜੋ ਲਾਲਚ ਵਿੱਚ ਹੀ ਸਹੀ ਉਹਨਾਂ ਦੀ ਭੈਣ ਦਾ ਖਿਆਲ ਰੱਖ ਸਕਾਂ। ਮੈਂ ਦਿਮਾਗੀ ਮਰੀਜ਼ ਬਣਦਾ ਜਾ ਰਿਹਾ ਸੀ। ਸੌਂਦੇ ਜਾਗਦੇ ਉਸ ਆਦਮੀ ਦੇ ਸ਼ਬਦ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਦੇ ਰਹਿੰਦੇ। ਅਕਸਰ ਰਾਤ ਨੂੰ ਮੈਂ ਸੁੱਤਾ ਹੋਇਆ ਡਰ ਕੇ ਉੱਠ ਜਾਂਦਾ ਸੀ। ਮੈਨੂੰ ਲੱਗਦਾ ਕਿ ਜੇਕਰ ਇਹ ਸਿਲਸਿਲਾ ਚੱਲਦਾ ਰਿਹਾ ਅਤੇ ਮੈਂ ਕਿਸੇ ਨੂੰ ਕੁਝ ਨਾ ਦੱਸ ਸਕਿਆ ਤਾਂ ਇੱਕ ਦਿਨ ਜਾਂ ਤਾਂ ਪਾਗਲ ਹੋ ਜਾਵਾਂਗਾ ਜਾਂ ਮੇਰੇ ਦਿਮਾਗ ਦੀਆਂ ਨਸਾਂ ਫਟ ਜਾਣਗੀਆਂ। ਮੇਰੇ ਪਿਆਰ ਨਾਲ ਇੰਨਾ ਵੱਡਾ ਧੋਖਾ ਹੋਇਆ ਸੀ। ਮੈਨੂੰ ਤਾਂ ਹੁਣ ਪਿਆਰ ਅਤੇ ਮੁਹੱਬਤ ਦੇ ਨਾਮ ਤੋਂ ਹੀ ਨਫ਼ਰਤ ਹੋ ਗਈ ਸੀ। ਮੈਨੂੰ ਲੱਗਦਾ ਸੀ ਕਿ ਪਿਆਰ ਸਿਰਫ ਧੋਖਾ ਹੈ। ਜੇਕਰ ਮੇਰੇ ਸਾਹਮਣੇ ਕੋਈ ਮੁੰਡਾ ਪਿਆਰ ਦੀ ਗੱਲ ਕਰਦਾ ਤਾਂ ਮੇਰਾ ਦਿਲ ਕਰਦਾ ਕਿ ਮੈਂ ਉਸਦਾ ਮੂੰਹ ਤੋੜ ਦਿਆਂ। ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਜਦੋਂ ਮੈਂ ਘਰ ਤੋਂ ਬਾਹਰ ਜਾਂਦਾ ਤਾਂ ਬਾਹਰ ਜਾ ਕੇ ਵੀ ਇੱਕ ਦੋ ਵਾਰ ਬਿਨਾਂ ਵਜ੍ਹਾ ਮੇਰੀ ਲੋਕਾਂ ਨਾਲ ਲੜਾਈ ਹੋਈ। ਮੈਂ ਇਸ ਪਰੇਸ਼ਾਨੀ ਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੁੰਦਾ ਸੀ, ਕਿਉਂਕਿ ਦੂਜੇ ਪਾਸੇ ਜੇਕਰ ਮੈਂ ਕਿਸੇ ਹੋਰ ਨਾਲ ਲੜਾਈ ਕਰਦਾ ਤਾਂ ਲੋਕਾਂ ਨੇ ਮੈਨੂੰ ਹੀ ਬੁਰਾ ਭਲਾ ਕਹਿਣਾ ਸੀ। ਮੈਂ ਇੱਕ ਦੋ ਵਾਰ ਸੋਚਿਆ ਕਿ ਮੈਂ ਆਪਣੇ ਕੁਝ ਦੋਸਤਾਂ ਨਾਲ ਸਲਾਹ ਮਸ਼ਵਰਾ ਕਰ ਲੈਂਦਾ ਹਾਂ ਅਤੇ ਮੈਂ ਕੋਸ਼ਿਸ਼ ਵੀ ਕੀਤੀ, ਪਰ ਹਿੰਮਤ ਨਾ ਹੋਈ। ਭਾਵੇਂ ਕੁਝ ਵੀ ਹੋਵੇ, ਮੇਰੀ ਪਤਨੀ ਮੇਰੀ ਇੱਜ਼ਤ ਸੀ ਅਤੇ ਆਪਣੀ ਇੱਜ਼ਤ ਦੇ ਬਾਰੇ ਵਿੱਚ ਗੱਲਾਂ ਕਰਨਾ ਅਤੇ ਕਿਸੇ ਗੈਰ ਮਰਦ ਨੂੰ ਦੱਸਣਾ ਚੰਗੀ ਗੱਲ ਨਹੀਂ ਸੀ। ਆਖਿਰਕਾਰ ਮੈਨੂੰ ਇੱਕ ਤਰੀਕਾ ਮਿਲ ਹੀ ਗਿਆ। ਪੈਸਿਆਂ ਦੀ ਮੈਨੂੰ ਕੋਈ ਦਿੱਕਤ ਨਹੀਂ ਸੀ, ਕਿਉਂਕਿ ਮੈਨੂੰ ਉੱਥੋਂ ਚੰਗੇ ਪੈਸੇ ਮਿਲ ਜਾਂਦੇ ਸਨ ਅਤੇ ਆਪ ਵੀ ਮੈਂ ਚੰਗੀ ਪੋਸਟ 'ਤੇ ਨੌਕਰੀ ਕਰ ਰਿਹਾ ਸੀ। ਇਸ ਲਈ ਮੈਂ ਇੱਕ ਕਰਾਟੇ ਕਲੱਬ ਜੁਆਇਨ ਕਰ ਲਿਆ। ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਸੀ ਤਾਂ ਮੈਂ ਉੱਥੇ ਜਾ ਕੇ ਆਪਣਾ ਗੁੱਸਾ ਉਹਨਾਂ ਬੇਜਾਨ ਚੀਜ਼ਾਂ ਅਤੇ ਮਸ਼ੀਨਾਂ 'ਤੇ ਕੱਢ ਲੈਂਦਾ ਸੀ, ਕਿਉਂਕਿ ਮੈਂ ਦਿਮਾਗੀ ਮਰੀਜ਼ ਬਣ ਚੁੱਕਿਆ ਸੀ ਅਤੇ ਬਹੁਤ ਹੀ ਗੁੱਸੇ ਵਿੱਚ ਇਹ ਸਾਰੇ ਕੰਮ ਕਰਦਾ ਸੀ। ਇਸ ਲਈ ਮੈਂ ਛੇਤੀ ਹੀ ਕਰਾਟੇ ਚੈਂਪੀਅਨ ਬਣ ਗਿਆ, ਕਿਉਂਕਿ ਮੇਰੇ ਅੰਦਰ ਬਾਕੀਆਂ ਨਾਲੋਂ ਜ਼ਿਆਦਾ ਜਨੂੰਨ ਸੀ। ਬਾਕੀ ਸਭ ਤਾਂ ਉੱਥੇ ਸਿਰਫ ਸਿੱਖਣ ਲਈ ਆਏ ਸਨ, ਪਰ ਮੈਂ ਆਪਣੇ ਅੰਦਰ ਛਿਪੇ ਡਿਪਰੈਸ਼ਨ ਨੂੰ ਮਾਰਨ ਲਈ ਆਇਆ ਸੀ। ਇਹ ਚੀਜ਼ ਮੈਨੂੰ ਬਹੁਤ ਚੰਗੀ ਲੱਗੀ ਅਤੇ ਜਿਵੇਂ ਮੇਰੀ ਜ਼ਿੰਦਗੀ ਵਿੱਚ ਆਰਾਮ ਆਉਂਦਾ ਜਾ ਰਿਹਾ ਸੀ, ਮੈਂ ਜਿਵੇਂ ਹੀ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਉੱਠ ਕੇ ਕਲੱਬ ਚਲਾ ਜਾਂਦਾ। ਫਿਰ ਆਪਣੇ ਘਰ ਵਿੱਚ ਜੋ ਮੈਂ ਬਾਕਸਿੰਗ ਰੂਮ ਬਣਾਇਆ ਸੀ ਉੱਥੇ ਚਲਾ ਜਾਂਦਾ। ਮੇਰੀ ਮੰਮੀ ਮੈਨੂੰ ਅਕਸਰ ਕਹਿੰਦੀ ਕਿ ਤੂੰ ਕਿਹੜੇ ਚੱਕਰਾਂ ਵਿੱਚ ਪੈ ਗਿਆ, ਇਹ ਸਭ ਚੀਜ਼ਾਂ ਚੰਗੀਆਂ ਨਹੀਂ ਹਨ, ਪਰ ਮੈਂ ਉਹਨਾਂ ਨੂੰ ਕੀ ਦੱਸਦਾ ਕਿ ਜੇਕਰ ਮੈਂ ਸਭ ਕੁਝ ਨਾ ਕਰਾਂ ਤਾਂ ਮੈਂ ਪਾਗਲ ਹੋ ਜਾਵਾਂਗਾ। ਮੇਰੇ ਪਾਪਾ ਨਹੀਂ ਸਨ, ਮੈਂ ਆਪਣੀਆਂ 3 ਭੈਣਾਂ ਅਤੇ ਮਾਂ ਦਾ ਇਕੱਲਾ ਸਹਾਰਾ ਸੀ। ਮੈਨੂੰ ਇਹਨਾਂ ਦਾ ਵੀ ਖਿਆਲ ਰੱਖਣਾ ਸੀ। ਜੇਕਰ ਮੈਨੂੰ ਕੁਝ ਹੋ ਜਾਂਦਾ ਤਾਂ ਇਹਨਾਂ ਸਭ ਦਾ ਕੀ ਹੁੰਦਾ। ਮੇਰੀ ਜ਼ਿੰਦਗੀ ਬਸ ਇਸੇ ਤਰ੍ਹਾਂ ਹੀ ਚੱਲ ਰਹੀ ਸੀ। ਸਾਰਾ ਦਿਨ ਆਫਿਸ ਵਿੱਚ ਦਿਮਾਗ ਖਪਾਉਂਦਾ, ਸ਼ਾਮ ਨੂੰ ਆ ਕੇ ਥੋੜ੍ਹਾ ਟਾਈਮ ਪਰਿਵਾਰ ਵਿੱਚ ਬੈਠਣ ਤੋਂ ਬਾਅਦ ਕਰਾਟੇ ਕਲੱਬ ਚਲਾ ਜਾਂਦਾ ਅਤੇ ਕਦੇ-ਕਦੇ ਤਾਂ ਰਾਤ ਵੀ ਬਾਕਸਿੰਗ ਰੂਮ ਵਿੱਚ ਹੀ ਗੁਜ਼ਾਰ ਦਿੰਦਾ। ਮੇਰੀ ਪਤਨੀ ਨੂੰ ਇਹ ਸ਼ਿਕਾਇਤ ਸੀ ਕਿ ਮੈਂ ਹੁਣ ਉਸਨੂੰ ਟਾਈਮ ਨਹੀਂ ਦਿੰਦਾ। ਉਹ ਅਕਸਰ ਕਹਿੰਦੀ ਕਿ ਤੁਸੀਂ ਮੈਨੂੰ ਪਹਿਲਾਂ ਦੀ ਤਰ੍ਹਾਂ ਪਿਆਰ ਨਹੀਂ ਕਰਦੇ। ਮੈਂ ਉਸਨੂੰ ਕੀ ਕਹਿੰਦਾ ਕਿ ਮੈਨੂੰ ਤੇਰੀ ਹਕੀਕਤ ਪਤਾ ਚੱਲ ਗਈ ਹੈ ਅਤੇ ਤੂੰ ਪਿਆਰ ਦੇ ਲਾਇਕ ਬਿਲਕੁਲ ਵੀ ਨਹੀਂ ਹੈ। ਜੇਕਰ ਮੈਂ ਤੈਨੂੰ ਘਰ ਵਿੱਚ ਰੱਖਿਆ ਹੋਇਆ ਹੈ
ਤਾਂ ਉਸਨੂੰ ਮੇਰੀ ਮਜਬੂਰੀ ਸਮਝ, ਕਿਉਂਕਿ ਮੇਰੀ ਮੰਮੀ ਨੂੰ ਉਹ ਬਹੁਤ ਪਸੰਦ ਆਈ ਸੀ ਅਤੇ ਉਹ ਉਸਨੂੰ ਆਪਣੀਆਂ ਕੁੜੀਆਂ ਦੀ ਤਰ੍ਹਾਂ ਪਿਆਰ ਕਰਦੀ ਸੀ। ਜੇਕਰ ਮੈਂ ਉਹਨਾਂ ਦੀ ਬਹੂ ਨੂੰ ਕੁਝ ਵੀ ਕਹਿੰਦਾ ਤਾਂ ਇਸ ਤੋਂ ਪਹਿਲਾਂ ਉਹ ਉਸਦੇ ਹੱਕ ਵਿੱਚ ਖੜੀ ਹੋ ਜਾਂਦੀ ਸੀ। ਅਜਿਹੀ ਹਾਲਤ ਵਿੱਚ ਜੇਕਰ ਮੈਂ ਆਪਣੀ ਪਤਨੀ ਨੂੰ ਛੱਡਣ ਦੇ ਬਾਰੇ ਵਿੱਚ ਸੋਚਦਾ ਵੀ ਤਾਂ ਮੇਰੀ ਮਾਂ ਨੂੰ ਕੁਝ ਵੀ ਹੋ ਸਕਦਾ ਸੀ, ਕਿਉਂਕਿ ਉਹ ਦਿਲ ਦੀ ਮਰੀਜ਼ ਸੀ। ਅਤੇ ਦੂਜੇ ਪਾਸੇ ਮੈਨੂੰ ਉਹ ਚਿੱਠੀ ਵੀ ਯਾਦ ਸੀ ਜੋ ਮੇਰੀ ਪਤਨੀ ਦੀ ਸਹੇਲੀ ਦੇ ਪਤੀ ਨੇ ਦਿੱਤੀ ਸੀ। ਇਸ ਲਈ ਮੈਂ ਮਜਬੂਰ ਸੀ। ਮੈਂ ਆਪਣੀ ਪਤਨੀ ਨੂੰ ਛੱਡ ਨਹੀਂ ਸਕਦਾ ਸੀ, ਪਰ ਪਿਆਰ ਤਾਂ ਸ਼ਾਇਦ ਬਹੁਤ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ। ਹੁਣ ਤਾਂ ਬਸ ਨਫ਼ਰਤ ਜਾਂ ਫਿਰ ਸਮਝੌਤੇ ਦਾ ਰਿਸ਼ਤਾ ਅਸੀਂ ਦੋਨੋਂ ਨਿਭਾ ਰਹੇ ਸੀ। ਮੇਰੀ ਤਰਫ ਤੋਂ ਤਾਂ ਇਹ ਸਮਝੌਤਾ ਸੀ ਅਤੇ ਮੇਰੀ ਪਤਨੀ ਪਤਾ ਨਹੀਂ ਮੈਨੂੰ ਪਿਆਰ ਕਰਦੀ ਸੀ ਜਾਂ ਨਹੀਂ, ਅਤੇ ਨਾ ਹੀ ਮੈਂ ਕਦੇ ਇਹ ਗੱਲ ਜਾਣਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਨੂੰ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਸੀ। ਮੈਨੂੰ ਉਸਦੇ ਪਿਆਰ ਦੀ ਜ਼ਰੂਰਤ ਵੀ ਨਹੀਂ ਸੀ। ਲੋਕ ਕਹਿੰਦੇ ਹਨ ਕਿ ਮਰਦ ਮਜਬੂਰ ਨਹੀਂ ਹੁੰਦਾ। ਅਜਿਹੇ ਲੋਕ ਮੇਰੇ ਸਾਹਮਣੇ ਆਉਣ ਤਾਂ ਮੈਂ ਉਹਨਾਂ ਨੂੰ ਦੱਸਾਂ ਕਿ ਕਿਵੇਂ ਕਹਿ ਸਕਦੇ ਹੋ ਤੁਸੀਂ, ਦੇਖ ਲਓ ਮੈਂ ਕਿੰਨਾ ਮਜਬੂਰ ਹਾਂ। ਆਦਮੀ ਦੇ ਪੈਰਾਂ ਵਿੱਚ ਵੀ ਰਿਸ਼ਤਿਆਂ ਦੀ ਮਜਬੂਰੀ ਦੀਆਂ ਉਹੀ ਜੰਜੀਰਾਂ ਹੁੰਦੀਆਂ ਹਨ ਜੋ ਔਰਤ ਦੇ ਪੈਰਾਂ ਵਿੱਚ ਹੁੰਦੀਆਂ ਹਨ, ਪਰ ਕੁਝ ਆਦਮੀ ਉਹਨਾਂ ਜੰਜੀਰਾਂ ਨੂੰ ਤੋੜ ਦਿੰਦੇ ਹਨ ਅਤੇ ਕੁਝ ਮੇਰੀ ਤਰ੍ਹਾਂ ਉਹਨਾਂ ਵਿੱਚ ਜਕੜੇ ਹੋਏ ਹੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਕਦੇ-ਕਦੇ ਤਾਂ ਇੰਜ ਲੱਗਦਾ ਹੈ ਕਿ ਇਹ ਕੋਈ ਭਿਆਨਕ ਸੁਪਨਾ ਹੈ ਅਤੇ ਜਦੋਂ ਅੱਖ ਖੁੱਲ੍ਹੇਗੀ ਤਾਂ ਸਭ ਕੁਝ ਖਤਮ ਹੋ ਜਾਵੇਗਾ, ਅਤੇ ਕਦੇ ਇੰਜ ਲੱਗਦਾ ਹੈ ਕਿ ਮੇਰੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਰਹੇਗੀ। ਆਪਣੀ ਮੰਮੀ ਨੂੰ ਦੇਖ ਕੇ ਆਪਣੇ ਭਵਿੱਖ ਦੇ ਬਾਰੇ ਵਿੱਚ ਸੋਚਦਾ ਤਾਂ ਮੈਨੂੰ ਹੈਰਾਨੀ ਹੋਣ ਲੱਗਦੀ ਕਿ ਮੈਂ ਕੀ ਸੀ ਅਤੇ ਕੀ ਬਣ ਗਿਆ। ਮਜਬੂਰੀ ਇਨਸਾਨ ਨੂੰ ਕਿੱਥੇ ਤੋਂ ਕਿੱਥੇ ਲੈ ਜਾਂਦੀ ਹੈ। ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੇਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ, ਪਰ ਫਿਰ ਸ਼ਾਇਦ ਕੁਦਰਤ ਨੂੰ ਵੀ ਮੇਰੇ ਉੱਪਰ ਤਰਸ ਆ ਗਿਆ। ਇੱਕ ਸਵੇਰ ਮੇਰੀ ਅੱਖ ਖੁੱਲ੍ਹੀ ਤਾਂ ਮੇਰੀ ਪਤਨੀ ਘਰ ਵਿੱਚ ਨਹੀਂ ਸੀ। ਪਤਨੀ ਨੇ ਮੈਨੂੰ ਕਿਹਾ ਸੀ ਕਿ ਅੱਜ ਉਸਨੇ ਆਪਣੀ ਸਹੇਲੀ ਦੇ ਘਰ ਜਾਣਾ ਹੈ। ਮੈਂ ਉਸਨੂੰ ਨਹੀਂ ਲੈ ਕੇ ਗਿਆ ਸੀ। ਮੈਂ ਫਟਾਫਟ ਉੱਠਿਆ ਅਤੇ ਉਸਨੂੰ ਸਾਰੇ ਘਰ ਵਿੱਚ ਲੱਭਿਆ, ਪਰ ਉਹ ਕਿਤੇ ਵੀ ਨਹੀਂ ਸੀ। ਮੈਂ ਉਸਦੀ ਸਹੇਲੀ ਦੇ ਪਤੀ ਨੂੰ ਫ਼ੋਨ ਕੀਤਾ ਅਤੇ ਉਸਨੂੰ ਦੱਸਿਆ ਕਿ ਮੇਰੀ ਪਤਨੀ ਘਰ ਵਿੱਚ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪਰੇਸ਼ਾਨ ਨਾ ਹੋਵੋ, ਉਹ ਵਾਪਸ ਇੱਧਰ ਹੀ ਆਏਗੀ। ਉਹਨਾਂ ਦੇ ਉਸ ਨਾਰਮਲ ਵਿਵਹਾਰ 'ਤੇ ਮੈਨੂੰ ਹੈਰਾਨੀ ਹੋਣ ਲੱਗੀ। ਇੱਕ ਗੱਲ ਤਾਂ ਸਾਫ਼ ਹੋ ਗਈ ਸੀ ਕਿ ਉਸਨੇ ਜੋ ਕੁਝ ਕਿਹਾ ਸੀ ਉਹ ਸੱਚ ਸੀ, ਪਰ ਹਾਲੇ ਵੀ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ। ਮੈਂ ਤੁਰੰਤ ਆਪਣੇ ਕੱਪੜੇ ਬਦਲੇ ਅਤੇ ਬਾਹਰ ਨਿਕਲ ਗਿਆ। ਮੈਨੂੰ ਪਤਾ ਸੀ ਕਿ ਜੇਕਰ ਮੇਰੀ ਪਤਨੀ ਗਈ ਵੀ ਹੈ ਤਾਂ ਉਹ ਮੇਰੀ ਸਕੂਟਰੀ ਲੈ ਕੇ ਗਈ ਹੋਵੇਗੀ, ਕਿਉਂਕਿ ਉਸਨੂੰ ਸਕੂਟਰ ਚਲਾਉਣਾ ਆਉਂਦਾ ਸੀ। ਇਸ ਲਈ ਮੈਂ ਆਪਣੀ ਸਕੂਟਰੀ ਦਾ ਟਰੈਕਰ ਔਨ ਕੀਤਾ। ਉਹ ਮੈਂ ਆਪਣੀ ਸਕੂਟਰੀ 'ਤੇ ਪਹਿਲਾਂ ਹੀ ਲਗਾ ਰੱਖਿਆ ਸੀ। ਇਸ ਚੀਜ਼ ਦਾ ਮੈਨੂੰ ਪਹਿਲਾਂ ਹੀ ਸ਼ੱਕ ਸੀ। ਮੈਂ ਗੱਡੀ ਕੱਢੀ ਅਤੇ ਟਰੈਕਰ ਦੇ ਪਿੱਛੇ-ਪਿੱਛੇ ਚੱਲ ਪਿਆ। ਜਿੱਥੇ ਜਾ ਕੇ ਟਰੈਕਰ ਰੁਕਿਆ ਉੱਥੇ ਜਾ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ। ਉਸੇ ਵੇਲੇ ਮੈਂ ਪੁਲਿਸ ਨੂੰ ਫ਼ੋਨ ਕੀਤਾ ਅਤੇ ਮੇਰਾ ਇੱਕ ਦੋਸਤ ਜੋ ਪੁਲਿਸ ਵਿੱਚ ਸੀ ਉਸਨੂੰ ਬੁਲਾ ਲਿਆ। ਉਹ ਤੁਰੰਤ ਉੱਥੇ ਪਹੁੰਚ ਗਏ ਅਤੇ ਉਹਨਾਂ ਨੇ ਮੇਰੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ। ਮੇਰਾ ਦੋਸਤ ਮੌਕੇ 'ਤੇ ਪਹੁੰਚ ਗਿਆ ਅਤੇ ਉਸਨੇ ਇਹ ਗੱਲ ਮੀਡੀਆ ਤੱਕ ਪਹੁੰਚਣ ਤੋਂ ਰੋਕ ਦਿੱਤੀ। ਉਸਨੇ ਉਹਨਾਂ ਨੂੰ ਦੱਸਿਆ ਕਿ ਇਸ ਵਿੱਚ ਉਸ ਔਰਤ ਦਾ ਕੋਈ ਕਸੂਰ ਨਹੀਂ ਹੈ। ਇਸ ਲਈ ਪੁਲਿਸ ਨੇ ਕਿਹਾ, ਅਸੀਂ ਆਪਣੇ ਤਰੀਕੇ ਨਾਲ ਇਸ ਸਾਰੇ ਮਾਮਲੇ ਦੀ ਛਾਣਬੀਣ ਕਰਾਂਗੇ ਅਤੇ ਜੇਕਰ ਤੁਹਾਡੀ ਗੱਲ ਸੱਚ ਹੋਈ ਤਾਂ ਕੇਸ ਇਸ ਦੀ ਸਹੇਲੀ ਅਤੇ ਉਸਦੇ ਪਤੀ ਦੇ ਖਿਲਾਫ ਬਣੇਗਾ, ਅਤੇ ਜੇਕਰ ਇਹ ਔਰਤ ਕਸੂਰਵਾਰ ਹੋਈ ਤਾਂ ਫਿਰ ਇਹ ਕੇਸ ਇਸ ਦੇ ਖਿਲਾਫ ਵੀ ਬਣੇਗਾ। ਮੈਂ ਇਹ ਗੱਲ ਮੰਨ ਲਈ। ਇਸ ਸਾਰੀ ਕਾਰਵਾਈ ਦੇ ਦੌਰਾਨ ਸਵੇਰ ਹੋ ਚੁੱਕੀ ਸੀ ਅਤੇ ਮੇਰੀ ਪਤਨੀ ਇੱਕ ਸੀਟ 'ਤੇ ਬੈਠੇ-ਬੈਠੇ ਸੌਂ ਗਈ ਸੀ। ਇਹ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ ਅਤੇ ਜਦੋਂ ਉਹ ਉੱਠੀ ਤਾਂ ਉਹੀ ਹੋਇਆ ਜਿਸ ਦਾ ਡਰ ਸੀ। ਉਸਨੂੰ ਕੁਝ ਵੀ ਯਾਦ ਨਹੀਂ ਸੀ। ਉਹ ਤਾਂ ਮੈਨੂੰ ਹੈਰਾਨੀ ਨਾਲ ਪੁੱਛ ਰਹੀ ਸੀ ਕਿ ਤੁਸੀਂ ਅਤੇ ਮੈਂ ਇਸ ਵੇਲੇ ਪੁਲਿਸ ਸਟੇਸ਼ਨ ਵਿੱਚ ਕੀ ਕਰ ਰਹੇ ਹਾਂ। ਮੈਂ ਇੱਥੇ ਕਿਵੇਂ ਆਈ? ਪੁਲਿਸ ਨੂੰ ਲੱਗਿਆ ਕਿ ਉਹ ਕੋਈ ਨਾਟਕ ਕਰ ਰਹੀ ਹੈ। ਉਹਨਾਂ ਨੇ ਫੌਰਨ ਦਿਮਾਗੀ ਇਲਾਜ ਦੇ ਮਾਹਰ ਡਾਕਟਰ ਨੂੰ ਬੁਲਾ ਲਿਆ। ਉਹਨਾਂ ਨੇ ਆ ਕੇ ਮੇਰੀ ਪਤਨੀ ਨੂੰ ਚੈੱਕ ਕੀਤਾ ਅਤੇ ਮੈਨੂੰ ਸਾਰੀ ਗੱਲ ਪੁੱਛੀ ਤਾਂ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਮੈਨੂੰ ਇਸ ਦੀ ਸਹੇਲੀ ਦੇ ਪਤੀ ਨੇ ਪੈਸਿਆਂ ਦਾ ਇੱਕ ਲਿਫਾਫਾ ਦਿੱਤਾ ਜਿਸ ਵਿੱਚ ਇੱਕ ਚਿੱਠੀ ਵੀ ਪਈ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਚਿੱਠੀ ਇਹਨਾਂ ਨੇ ਲਿਖੀ ਸੀ ਜਾਂ ਫਿਰ ਕਿਸੇ ਹੋਰ ਨੇ ਚੋਰੀ ਤੋਂ ਲਿਫਾਫੇ ਵਿੱਚ ਪਾ ਦਿੱਤੀ ਸੀ। ਕਿ ਮੇਰੀ ਪਤਨੀ ਦੋਹਰੀ ਮਾਨਸਿਕ ਵਿਸ਼ੇਸ਼ਤਾ ਦੀ ਸ਼ਿਕਾਰ ਹੈ। ਕਦੇ ਰਾਤ ਵੇਲੇ ਉਹ ਆਪਣੇ ਆਪ ਨੂੰ ਇੱਕ ਡਾਕੂ ਸਮਝਣ ਲੱਗਦੀ ਹੈ ਅਤੇ ਹਰ ਕਿਸਮ ਦਾ ਤਾਲਾ ਖੋਲ੍ਹ ਸਕਦੀ ਹੈ। ਇਹ ਬਹੁਤ ਸਾਰੇ ਬੈਂਕ ਅਤੇ ਅਮੀਰ ਲੋਕਾਂ ਦੀ ਤਿਜੋਰੀ ਲੁੱਟ ਚੁੱਕੀ ਹੈ, ਪਰ ਮੈਨੂੰ ਇਸ ਗੱਲ ਦਾ ਯਕੀਨ ਨਹੀਂ ਆਇਆ ਸੀ। ਅੱਜ ਮੈਂ ਖੁਦ ਆਪਣੀਆਂ ਅੱਖਾਂ ਨਾਲ ਉਸਨੂੰ ਬੈਂਕ ਵਿੱਚੋਂ ਨਿਕਲਦੇ ਦੇਖ ਲਿਆ ਸੀ। ਇਸ ਲਈ ਪੁਲਿਸ ਨੂੰ ਬੁਲਾ ਲਿਆ ਸੀ। ਜਦੋਂ ਉਸ ਡਾਕਟਰ ਨੇ ਉਸਦਾ ਚੈੱਕਅਪ ਕੀਤਾ ਤਾਂ ਉਸਦੇ ਖੂਨ ਵਿੱਚ ਉਹਨਾਂ ਦਵਾਈਆਂ ਦੇ
ਸਾਈਡ ਇਫੈਕਟ ਮਿਲੇ ਸਨ, ਜਿਸ ਨਾਲ ਇਨਸਾਨ ਡਬਲ ਪਰਸਨੈਲਿਟੀ ਦਾ ਸ਼ਿਕਾਰ ਹੋ ਜਾਂਦਾ ਹੈ। ਉਸਨੇ ਪੁਲਿਸ ਨੂੰ ਦੱਸਿਆ ਕਿ ਸੱਚਮੁੱਚ ਹੀ ਇਹ ਔਰਤ ਮਾਸੂਮ ਹੈ। ਇਸ ਨੂੰ ਦਵਾਈਆਂ ਦੇ ਕੇ ਇਹਨਾਂ ਸਭ ਚੀਜ਼ਾਂ ਦਾ ਸ਼ਿਕਾਰ ਬਣਾਇਆ ਗਿਆ ਹੈ ਅਤੇ ਬਕਾਇਦਾ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਫਿਰ ਪੁਲਿਸ ਨੇ ਉਸਦੀ ਸਹੇਲੀ ਅਤੇ ਉਸਦੇ ਪਤੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਸਭ ਕੁਝ ਦੱਸ ਦਿੱਤਾ ਕਿ ਉਹਨਾਂ ਨੇ ਹੀ ਉਸਨੂੰ ਡਬਲ ਪਰਸਨੈਲਿਟੀ ਦਾ ਸ਼ਿਕਾਰ ਬਣਾਇਆ ਸੀ। ਕਿਉਂਕਿ ਮੇਰੀ ਪਤਨੀ ਬਹੁਤ ਹੀ ਹੁਸ਼ਿਆਰ ਸੀ, ਕੁਦਰਤੀ ਤੌਰ 'ਤੇ ਉਹ ਹਰ ਕਿਸਮ ਦਾ ਲੌਕ ਖੋਲ੍ਹ ਸਕਦੀ ਸੀ। ਉਹਨਾਂ ਨੇ ਇਸ ਚੀਜ਼ ਦਾ ਫਾਇਦਾ ਚੁੱਕਣ ਬਾਰੇ ਸੋਚਿਆ ਅਤੇ ਉਸ ਦਾ ਇਸਤੇਮਾਲ ਕੀਤਾ ਅਤੇ ਜੇਕਰ ਉਹ ਕਦੇ ਫੜੀ ਵੀ ਜਾਵੇ ਤਾਂ ਉਸਦੀ ਬਿਮਾਰੀ ਕਰਕੇ ਉਹ ਛੁੱਟ ਜਾਵੇ ਅਤੇ ਉਹ ਲੋਕ ਸਾਰੀ ਜ਼ਿੰਦਗੀ ਐਸ਼ ਕਰਦੇ ਰਹਿਣ। ਪੁਲਿਸ ਨੇ ਉਹਨਾਂ ਦੋਨਾਂ ਦੇ ਖਿਲਾਫ ਕੇਸ ਬਣਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਅਤੇ ਮੇਰੀ ਪਤਨੀ ਨੂੰ ਮੈਂ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਮੈਨੂੰ ਆਪਣੇ ਆਪ ਉੱਪਰ ਸ਼ਰਮਿੰਦਗੀ ਹੋਣ ਲੱਗੀ ਕਿਉਂਕਿ ਮੈਂ ਆਪਣੀ ਪਤਨੀ 'ਤੇ ਸ਼ੱਕ ਕੀਤਾ ਸੀ। ਮੇਰੇ ਦਿਲ ਵਿੱਚ ਸੋਇਆ ਹੋਇਆ ਪਿਆਰ ਹੁਣ ਦੁਬਾਰਾ ਜਾਗਣ ਲੱਗ ਪਿਆ ਸੀ। ਮੈਂ ਉਸਦਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਿਆ। ਹੁਣ ਮੇਰੀ ਪਤਨੀ ਬਿਲਕੁਲ ਠੀਕ ਹੈ ਅਤੇ ਅਸੀਂ ਦੋਵੇਂ ਇੱਕ ਚੰਗੀ ਜ਼ਿੰਦਗੀ ਗੁਜ਼ਾਰ ਰਹੇ ਹਾਂ। ਪਰ ਉਸਦੀ ਸਹੇਲੀ ਅਤੇ ਉਸਦਾ ਪਤੀ ਅੱਜ ਵੀ ਜੇਲ੍ਹ ਵਿੱਚ ਹਨ। ਮੈਨੂੰ ਕਦੇ-ਕਦੇ ਉਹਨਾਂ ਉੱਪਰ ਗੁੱਸਾ ਆਉਂਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਲੋਕ ਸਨ। ਪਰ ਸੱਚ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਕਿਸੇ ਨਾਲ ਬੁਰਾ ਕਰਦਾ ਹੈ ਤਾਂ ਉਸਨੂੰ ਉਸਦਾ ਨਤੀਜਾ ਵੀ ਭੁਗਤਣਾ ਹੀ ਪੈਂਦਾ ਹੈ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਤੁਹਾਨੂੰ ਕੀ ਲੱਗਦਾ ਹੈ ਕਿ ਉਹ ਚਿੱਠੀ ਲਿਫਾਫੇ ਦੇ ਅੰਦਰ ਕਿਸ ਨੇ ਰੱਖੀ ਹੋਵੇਗੀ? ਅਤੇ ਜੇਕਰ ਉਹ ਚਿੱਠੀ ਨਾ ਮਿਲਦੀ ਤਾਂ ਕੀ ਇਹ ਲਾਲਚੀ ਇਨਸਾਨ ਕਦੇ ਸੱਚਾਈ ਦਾ ਪਤਾ ਕਰ ਪਾਉਂਦਾ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਸਕੇ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।